ਨਮਸਕਾਰ। ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੀ ਵੇ ਆਫ ਐਨਲਾਈਟਮੈਂਟ ਦੇ ਵਿੱਚ। ਅਤੇ ਮੈਂ ਕਰਨ ਹਾਜ਼ਰ ਹਾਂ ਤੁਹਾਡੇ ਲਈ ਇੱਕ ਕਹਾਣੀ ਲੈ ਕੇ, ਜਿਹੜੀ ਲਿਖੀ ਹੋਈ ਹੈ ਸਦਤ ਹਸਨ ਮੰਟੋ ਦੁਆਰਾ। ਕਹਾਣੀ ਦਾ ਨਾਮ ਹੈ ਸ਼ਾਹਦੌਲੇ ਦਾ ਚੂਹਾ। ਤੋ ਕਹਾਣੀ ਸ਼ੁਰੂਆਤ ਕਰਦੇ ਹਾਂ। ਸਲੀਮਾ ਦਾ ਜਦੋਂ ਵਿਆਹ ਹੋਇਆ ਸੀ, ਉਹ 21 ਸਾਲ ਦੀ ਸੀ। 5 ਸਾਲ ਬੀਤ ਗਏ ਸਨ, ਪਰ ਉਸਦੇ ਕੋਲ ਕੋਈ ਬਾਲ ਬੱਚਾ ਨਹੀਂ ਹੋਇਆ। ਉਹਦੀ ਮਾਂ ਅਤੇ ਸੱਸ ਇਸ ਗੱਲ ਦੀ ਬੜੀ ਚਿੰਤਾ ਲੱਗੀ। ਮਾਂ ਕੁਝ ਵਧੇਰੇ ਹੀ ਪਰੇਸ਼ਾਨ ਸੀ, ਕਿਉਂਕਿ ਉਹ ਸੋਚਦੀ ਸੀ ਕਿ ਸਲੀਮਾ ਦਾ ਪਤੀ ਨਜੀਬ ਕਿਤੇ ਦੂਜਾ ਵਿਆਹ ਹੀ ਨਾ ਕਰਵਾ ਲਵੇ। ਕਈ ਡਾਕਟਰਾਂ ਨੂੰ ਦਿਖਾਇਆ ਗਿਆ, ਪਰ ਕੋਈ ਗੱਲ ਨਹੀਂ ਬਣੀ। ਸਲੀਮਾ ਨੂੰ ਵੀ ਫਿਕਰ ਲੱਗਾ ਹੋਇਆ ਸੀ। ਵਿਆਹ ਤੋਂ ਬਾਅਦ ਬੜੀਆਂ ਘੱਟ ਕੁੜੀਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੰਤਾਨ ਦੀ ਇੱਛਾ ਨਹੀਂ ਹੁੰਦੀ। ਉਸਨੇ ਆਪਣੀ ਮਾਂ ਨਾਲ ਇਸ ਵਿਸ਼ੇ 'ਤੇ ਗੱਲ ਤੋਰੀ। ਉਸ ਦੀਆਂ ਹਦਾਇਤਾਂ ਉੱਤੇ ਪੂਰਾ ਅਮਲ ਕੀਤਾ, ਪਰ ਸਿੱਟਾ ਕੁਝ ਵੀ ਨਾ ਨਿਕਲਿਆ। ਇੱਕ ਦਿਨ ਉਸਦੀ ਸਹੇਲੀ, ਉਸਨੂੰ ਸਾਰੇ ਬਾਂਝ ਆਖਦੇ ਹੁੰਦੇ ਸਨ, ਉਹਦੇ ਘਰ ਆਈ। ਉਸਦੀ ਕੁੱਛੜ ਇੱਕ ਗੋਲ ਮਟੋਲ ਜਿਹਾ ਮੁੰਡਾ ਦੇਖ ਕੇ ਸਲੀਮਾ ਹੈਰਾਨ ਰਹਿ ਗਈ। ਉਸਨੇ ਅਤਿ ਹੈਰਾਨੀ ਨਾਲ ਪੁੱਛਿਆ, ਫਾਤਮੇ, ਤੇਰੇ ਇਹ ਮੁੰਡਾ ਕਿੰਜ ਜੰਮ ਪਿਆ? ਫਾਤਮਾ ਉਸ ਨਾਲੋਂ 5 ਸਾਲ ਵੱਡੀ ਸੀ। ਉਸਨੇ ਰੱਤਾ ਮੁਸਕਰਾ ਕੇ ਕਿਹਾ, ਸਭ ਸ਼ਾਹਦੌਲੇ ਸਾਹਿਬ ਦੀ ਮਿਹਰਬਾਨੀ ਹੈ। ਮੈਨੂੰ ਕਿਸੇ ਔਰਤ ਨੇ ਦੱਸਿਆ ਸੀ ਕਿ ਜੇ ਤੂੰ ਔਲਾਦ ਚਾਹੁੰਦੀ ਹੈ ਤਾਂ ਗੁਜਰਾਤ ਜਾ ਕੇ ਸ਼ਾਹਦੌਲੇ ਸਾਹਿਬ ਦੇ ਮਜ਼ਾਰ 'ਤੇ ਮਿੰਨਤ ਕਰ ਅਤੇ ਕਹਿ ਕਿ ਜੋ ਮੇਰਾ ਪਹਿਲਾ ਬੱਚਾ ਹੋਏਗਾ, ਮੈਂ ਉਸ ਨੂੰ ਚੜ੍ਹਾਵਾਂਗੀ ਦੇ ਤੌਰ 'ਤੇ ਤੁਹਾਡੀ ਖਾਨਕਾਹ 'ਤੇ ਚੜ੍ਹਾ ਜਾਵਾਂਗੀ। ਉਸਨੇ ਸਲੀਮਾ ਨੂੰ ਇਹ ਵੀ ਦੱਸਿਆ ਸੀ ਕਿ ਜਦੋਂ ਸ਼ਾਹਦੌ ਸਾਹਿਬ ਦੇ ਮਜ਼ਾਰ ਉੱਤੇ ਅਜਿਹੀ ਮਿੰਨਤ ਮੰਗੀ ਜਾਏ ਤਾਂ ਪਹਿਲਾ ਬੱਚਾ ਅਜਿਹਾ ਪੈਦਾ ਹੁੰਦਾ ਹੈ ਜਿਸ ਦਾ ਸਿਰ ਬੜਾ ਹੀ ਛੋਟਾ ਹੁੰਦਾ ਹੈ। ਫਾਤਮਾ ਦੀ ਇਸ ਗੱਲ ਦਾ ਸਲੀਮਾ ਨੂੰ ਬਹੁਤ ਚੰਗੀ ਨਹੀਂ ਲੱਗੀ, ਅਤੇ ਜਦੋਂ ਉਸਨੇ ਆਪਣੇ ਪਤੀ ਨੂੰ ਦੱਸਿਆ ਤਾਂ ਇੰਜ ਪਹਿਲਾ ਬੱਚਾ ਉਹਨਾਂ ਦੀ ਖਾਨਕਾਹ ਵਿੱਚ ਛੱਡ ਕੇ ਆਉਣਾ ਪੈਂਦਾ ਹੈ ਤਾਂ ਉਸਨੂੰ ਬੜਾ ਦੁੱਖ ਹੋਇਆ ਸੀ। ਉਸਨੇ ਸੋਚਿਆ ਸੀ, ਅਜਿਹੀ ਕਿਹੜੀ ਮਾਂ ਹੋਏਗੀ ਜਿਹੜੀ ਹਮੇਸ਼ਾ ਵਾਸਤੇ ਆਪਣੇ ਬੱਚੇ ਤੋਂ ਵੱਖ ਹੋ ਸਕਦੀ ਹੈ। ਉਸਦਾ ਸਿਰ ਭਾਵੇਂ ਕਿੰਨਾ ਹੀ ਛੋਟਾ, ਨੱਕ ਚਪਟੀ ਜਾਂ ਅੱਖਾਂ ਭੈਂਗੀਆਂ ਹੋਣ, ਪਰ ਮਾਂ ਉਸਨੂੰ ਰੂੜੀ ਦੇ ਢੇਰ ਉੱਤੇ ਨਹੀਂ ਸੁੱਟ ਸਕਦੀ। ਭਾਵੇਂ ਕੁਝ ਵੀ ਸਹੀ, ਉਸਨੂੰ ਸੰਤਾਨ ਚਾਹੀਦੀ ਸੀ। ਸੋ ਉਸਨੇ ਆਪਣੇ ਨਾਲੋਂ ਵੱਡੀ ਉਮਰ ਦੀ ਸਹੇਲੀ ਦੀ ਗੱਲ ਮੰਨ ਲਈ। ਉਹ ਗੁਜਰਾਤ ਦੀ ਰਹਿਣ ਵਾਲੀ ਸੀ, ਜਿੱਥੇ ਸ਼ਾਹਦੌਲੇ ਦਾ ਮਜ਼ਾਰ ਸੀ। ਸਲੀਮਾ ਨੇ ਆਪਣੇ ਪਤੀ ਨੂੰ ਕਿਹਾ, ਫਾਤਮਾ ਮਜਬੂਰ ਕਰ ਰਹੀ ਹੈ ਕਿ ਮੇਰੇ ਨਾਲ ਤੁਸੀਂ ਇਜਾਜ਼ਤ ਦਿਓ ਤਾਂ ਹੋ ਆਵੇ। ਉਸਦੇ ਪਤੀ ਨੂੰ ਭਲਾ ਕੀ ਐਤਰਾਜ਼ ਹੋ ਸਕਦਾ ਸੀ। ਉਸ ਕਿਹਾ, ਹੋ ਆ, ਪਰ ਛੇਤੀ ਮੁੜ ਆਵੀਂ। ਪਰ ਫਾਤਮਾ ਨਾਲ ਗੁਜਰਾਤ ਚਲੀ ਗਈ। ਸ਼ਾਹਦੌਲੇ ਦਾ ਮਜ਼ਾਰ, ਜਿਵੇਂ ਕਿ ਉਸਨੇ ਸੋਚਿਆ ਸੀ, ਕੋਈ ਕੀਮਤੀ ਪੱਥਰ ਦੀ ਇਮਾਰਤ ਨਹੀਂ ਸੀ। ਖਾਸੀ ਖੁੱਲ੍ਹੀ ਜਗ੍ਹਾ ਸੀ ਜੋ ਸਲੀਮਾ ਨੂੰ ਬੜੀ ਪਸੰਦ ਆਈ ਸੀ। ਪਰ ਜਦੋਂ ਭੀੜ ਵਿੱਚ ਇੱਕ ਪਾਸੇ ਉਸਨੇ ਸ਼ਾਹਦੌਲੇ ਦੇ ਚੂਹੇ ਵੇਖੇ, ਜਿਨ੍ਹਾਂ ਦੇ ਨੱਕ ਵਗ ਰਹੇ ਸਨ ਅਤੇ ਸਿਰ ਬੜੇ ਹੀ ਛੋਟੇ ਸਨ, ਤਾਂ ਉਹ ਸਹਿਮ ਗਈ। ਉਹਦੇ ਸਾਹਮਣੇ ਇੱਕ ਜਵਾਨ ਕੁੜੀ ਖਲੋਤੀ ਸੀ, ਭਰਪੂਰ ਜਵਾਨ, ਪਰ ਉਹ ਅਜਿਹੀਆਂ ਹਰਕਤਾਂ ਕਰ ਰਹੀ ਸੀ ਕਿ ਗੰਭੀਰ ਤੋਂ ਗੰਭੀਰ ਬੰਦੇ ਨੂੰ ਵੀ ਹਾਸਾ ਆ ਜਾਂਦਾ ਸੀ। ਉਸ ਨੂੰ ਦੇਖ ਕੇ ਇੱਕ ਵਾਰੀ ਤਾਂ ਸਲੀਮਾ ਵੀ ਹੱਸ ਪਈ, ਫਿਰ ਉਸਦਾ ਰੋਣਾ ਨਿਕਲ ਆਇਆ। ਉਹ ਸੋਚਿਆ, ਇਸ ਕੁੜੀ ਦਾ ਕੀ ਬਣੇਗਾ? ਇੱਥੇ ਦੇ ਮਾਲਿਕ ਇਸ ਨੂੰ ਵੇਚ ਦੇਣਗੇ ਅਤੇ ਉਹ ਬਾਂਦਰੀ ਵਾਂਗ ਇਸ ਨੂੰ ਥਾਂ ਨਚਾਉਂਦੇ ਫਿਰਨਗੇ। ਇਹ ਵਿਚਾਰੀ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਬਣ ਕੇ ਰਹਿ ਜਾਏਗੀ। ਉਸਦਾ ਸਿਰ ਬੜਾ ਹੀ ਛੋਟਾ ਸੀ। ਉਸਨੇ ਸੋਚਿਆ, ਸਿਰ ਛੋਟਾ ਹੋਇਆ ਤਾਂ ਬੱਚੇ ਦੀ ਕਿਸਮਤ ਤਾਂ ਛੋਟੀ ਨਹੀਂ ਹੁੰਦੀ, ਕਿਸਮਤ ਤਾਂ ਪਾਗਲਾਂ ਦੀ ਵੀ ਹੁੰਦੀ ਹੈ। ਸ਼ਾਹਦੌਲੇ ਦੀ ਇਸ ਚੂਹੀ ਦਾ ਸਰੀਰ ਗੁੰਦਵਾਂ ਸੀ, ਸਾਰੇ ਅੰਗ ਹਰ ਪੱਖ ਤੋਂ ਠੀਕ ਠਾਕ ਸਨ, ਪਰ ਜਾਪਦਾ ਸੀ ਉਸਦੀ ਚੇਤਨ ਸ਼ਕਤੀ ਜਾਣ ਬੁੱਝ ਕੇ ਖ਼ਤਮ ਕਰ ਦਿੱਤੀ ਗਈ ਹੈ। ਉਹ ਇੰਜ ਤੁਰਦੀ ਫਿਰਦੀ ਅਤੇ ਹੱਸਦੀ ਜਿਵੇਂ ਚਾਬੀ ਭਰ ਕੇ ਛੱਡੀ ਹੋਈ ਹੋਵੇ। ਸਲੀਮਾ ਉਸਨੂੰ ਲੱਗਿਆ ਜਿਵੇਂ ਉਸ ਕੁੜੀ ਨੂੰ ਐਸੇ ਮੰਤਵ ਵਾਸਤੇ ਬਣਾਇਆ ਗਿਆ ਹੈ। ਪਰ ਸਾਰੀਆਂ ਗੱਲਾਂ ਦੇ ਬਾਵਜੂਦ ਉਸਨੇ ਆਪਣੀ ਸਹੇਲੀ ਫਾਤਮਾ ਦੇ ਕਹਿਣ 'ਤੇ ਸ਼ਾਹਦੌਲੇ ਸਾਹਿਬ ਦੇ ਮਜ਼ਾਰ 'ਤੇ ਮਿੰਨਤ ਮੰਗ ਹੀ ਲਈ ਕਿ ਉਹ ਆਪਣਾ ਪਹਿਲਾ ਬੱਚਾ ਉਹਨਾਂ ਦੀ ਖਾਨਕਾਹ ਦੀ ਭੇਟ ਕਰ ਦੇਗੀ। ਡਾਕਟਰੀ ਇਲਾਜ ਵੀ ਸਲੀਮਾ ਨੇ ਜਾਰੀ ਰੱਖਿਆ। 2 ਸਾਲ ਬਾਅਦ ਬੱਚੇ ਦੀ ਪੈਦਾਇਸ਼ ਦੇ ਆਸਾਰ ਸਪਸ਼ਟ ਹੋ ਗਏ। ਸਲੀਮਾ ਬੜੀ ਖੁਸ਼ ਸੀ। ਠੀਕ ਸਮੇਂ 'ਤੇ ਉਹਨਾਂ ਦੇ ਘਰ ਇੱਕ ਮੁੰਡਾ ਹੋਇਆ।
ਜਿਹੜਾ ਬੜਾ ਹੀ ਸੋਹਣਾ ਸੁਨੱਖਾ ਸੀ। ਗਰਭ ਦੇ ਦੌਰਾਨ ਕਿਉਂਕਿ ਚੰਦ ਹੀਣ ਲੱਗਿਆ ਸੀ, ਇਸ ਲਈ ਬੱਚੇ ਦੀ ਸੱਜੀ ਗੱਲ੍ਹ ਉੱਤੇ ਕਾਲਾ ਧੱਬਾ ਜਿਹਾ ਵੀ ਸੀ, ਪਰ ਉਹ ਬੁਰਾ ਨਹੀਂ ਲੱਗਦਾ ਸੀ। ਫਾਤਮਾ ਆਈ ਅਤੇ ਉਸਨੇ ਕਿਹਾ ਕਿ ਤੁਰੰਤ ਬੱਚੇ ਨੂੰ ਸ਼ਾਹਦੌਲੇ ਸਾਹਿਬ ਦੀ ਨਜ਼ਰ ਕਰ ਆਉਣਾ ਚਾਹੀਦਾ ਹੈ। ਭਾਵੇਂ ਸਲੀਮਾ ਆਪ ਮਿੰਨਤ ਮੰਗ ਕੇ ਆਈ ਸੀ, ਹੁਣ ਟਾਲ ਮਟੋਲ ਕਰਨ ਲੱਗ ਪਈ। ਉਸਦੀ ਮਮਤਾ ਮੰਨਦੀ ਨਹੀਂ ਸੀ ਕਿ ਉਹ ਆਪਣੀਆਂ ਅੱਖਾਂ ਦੇ ਤਾਰੇ ਨੂੰ ਉੱਥੇ ਸੁੱਟ ਆਵੇ। ਉਸਨੂੰ ਦੱਸਿਆ ਗਿਆ ਸੀ ਸ਼ਾਹਦੌਲੇ ਹੋਰਾਂ ਤੋਂ ਜਿਹੜਾ ਸੰਤਾਨ ਮੰਗਦਾ ਉਸਦੇ ਪਹਿਲੇ ਬੱਚੇ ਦਾ ਸਿਰ ਬੜਾ ਛੋਟਾ ਹੁੰਦਾ, ਪਰ ਉਸਦੇ ਪੁੱਤਰ ਦਾ ਸਿਰ ਤਾਂ ਕਾਫੀ ਵੱਡਾ ਸੀ। ਫਾਤਿਮਾ ਨੇ ਕਿਹਾ, ਇਹ ਕੋਈ ਅਜਿਹੀ ਗੱਲ ਨਹੀਂ ਜਿਸ ਨੂੰ ਤੂੰ ਬਹਾਨਾ ਬਣਾ ਸਕੇ। ਤੇਰਾ ਬੱਚਾ ਸ਼ਾਹਦੌਲੇ ਸਾਹਿਬ ਦੀ ਇਮਾਨਤ ਹੈ, ਇਸ ਉੱਪਰ ਤੇਰਾ ਕੋਈ ਹੱਕ ਨਹੀਂ। ਜੇ ਤੂੰ ਆਪਣੇ ਵਾਅਦੇ ਤੋਂ ਮੁਕਰਰ ਗਈ ਤਾਂ ਚੇਤੇ ਰੱਖੀਂ, ਤੇਰੇ ਹੀ ਅਜਿਹੇ ਕਹਿਰ ਟੁੱਟਣਗੇ, ਤੂੰ ਸਾਰੀ ਜ਼ਿੰਦਗੀ ਯਾਦ ਕਰੇਂਗੀ। ਦੁਖੀ ਦਿਲ ਨਾਲ ਸਲੀਮਾ ਨੂੰ ਆਪਣਾ ਪਿਆਰਾ ਪੁੱਤਰ, ਜਿਸ ਦੀ ਸੱਜੀ ਗੱਲ੍ਹ ਉੱਤੇ ਕਾਲਾ ਵੱਡਾ ਤਿਲ ਸੀ, ਗੁਜਰਾਤ ਜਾ ਕੇ ਸ਼ਾਹਦੌਲੇ ਸਾਹਿਬ ਦੇ ਮਜ਼ਾਰ 'ਤੇ ਸੇਵਕ ਨੂੰ ਸੌਂਪ ਦੇਣਾ ਪਿਆ। ਉਹ ਇੰਨਾ ਰੋਈ, ਇੰਨਾ ਦੁਖੀ ਹੋਈ ਕਿ ਬਿਮਾਰ ਪੈ ਗਈ। 1 ਸਾਲ ਤੱਕ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝਦੀ ਰਹੀ। ਉਹ ਆਪਣੇ ਬੱਚੇ ਦੀ ਯਾਦ ਨੂੰ ਭੁੱਲ ਹੀ ਨਹੀਂ ਸਕਦੀ ਸੀ, ਖਾਸ ਕਰਕੇ ਉਸਦੀ ਸੱਜੀ ਗੱਲ੍ਹ 'ਤੇ ਕਾਲਾ ਦਾਗ, ਜਿਸ ਨੂੰ ਵਾਰੀ-ਵਾਰੀ ਯਾਦ ਆਉਂਦਾ ਸੀ। ਉਸਨੂੰ ਅਕਸਰ ਚੁੰਮ ਲੈਂਦੀ ਹੁੰਦੀ ਸੀ। ਦਾਗ ਵੀ ਬੜਾ ਪਿਆਰਾ, ਚੰਨ ਦੇ ਦਾਗ ਵਰਗਾ। ਛਿਣ ਪਲ ਖਾਤਰ ਵੀ ਉਹ ਆਪਣੇ ਬੱਚੇ ਦੀ ਯਾਦ ਨੂੰ ਨਹੀਂ ਭੁੱਲ ਸਕੀ। ਅਜੀਬ ਸੁਪਨੇ ਆਉਂਦੇ। ਸ਼ਾਹਦੌਲਾ ਚੂਹੇ ਰੂਪ ਵਿੱਚ ਪਰੇਸ਼ਾਨ ਕਰ ਜਿਹਾ ਪ੍ਰਗਟ ਹੁੰਦਾ ਅਤੇ ਉਹਦੇ ਮਾਂਸ ਨੂੰ ਆਪਣੇ ਤਿੱਖੇ ਦੰਦਾਂ ਨਾਲ ਕੁਤਰਨ ਲੱਗ ਪੈਂਦਾ। ਉਹ ਚੀਕਾਂ ਮਾਰਦੀ, ਉੱਠ ਪੈਂਦੀ ਅਤੇ ਪਤੀ ਨੂੰ ਕਹਿੰਦੀ, ਮੈਨੂੰ ਬਚਾਓ, ਦੇਖੋ ਚੂਹਾ ਮੇਰਾ ਮਾਂਸ ਖਾ ਰਿਹਾ ਹੈ। ਕਦੇ ਉਸਦੀ ਬੇਚੈਨੀ ਦਿਮਾਗ ਇੰਝ ਸੋਚਣ ਲੱਗ ਪੈਂਦੀ ਕਿ ਉਸਦਾ ਬੱਚਾ ਚੂਹਿਆਂ ਦੀ ਖੁੱਡ ਵਿੱਚ ਵੜਿਆ ਜਾ ਰਿਹਾ ਹੈ। ਉਹ ਉਸਨੂੰ ਪੁੱਛ ਫੜ ਕੇ ਬਾਹਰ ਵੱਲ ਖਿੱਚ ਰਹੀ ਹੈ, ਪਰ ਖੁੱਡ ਅੰਦਰਲੇ ਚੂਹੇ ਉਸਦਾ ਮੂੰਹ ਫੜ ਲਿਆ ਹੈ, ਸੋ ਉਹ ਉਸਨੂੰ ਬਾਹਰ ਨਹੀਂ ਕੱਢ ਸਕੀ। ਉਸਦੀ ਅੱਖਾਂ ਸਾਹਮਣੇ ਉਹ ਭਰਪੂਰ ਜਵਾਨ ਕੁੜੀ ਠੋਡਾ ਪਾਉਣ ਲੱਗ ਪੈਂਦੀ, ਜਿਸ ਨੂੰ ਉਸਨੇ ਸ਼ਾਹਦੌਲੇ ਦੇ ਮਜ਼ਾਰ 'ਤੇ ਵੇਖਿਆ ਸੀ। ਸਲੀਮਾ ਹੱਸ ਪੈਂਦੀ ਹੈ, ਫਿਰ ਝੱਟ ਹੀ ਰੋਣ ਲੱਗ ਪੈਂਦੀ ਹੈ। ਉਹ ਇੰਨਾ ਰੋਂਦੀ, ਇੰਨੀਆਂ ਚੀਕਾਂ ਮਾਰਦੀ ਕਿ ਉਸਦੇ ਪਤੀ ਦੀ ਸਮਝ ਵਿੱਚ ਹੀ ਨਹੀਂ ਆਉਂਦਾ ਕਿ ਉਹ ਚੁੱਪ-ਚਾਪ ਕਿੰਝ ਕਰਾਏ ਜਾਏ। ਉਸਨੂੰ ਜਗ੍ਹਾ ਚੂਹੇ ਹੀ ਚੂਹੇ ਨਜ਼ਰ ਆਉਣ ਲੱਗ ਪਏ। ਬਿਸਤਰੇ ਉੱਪਰ ਚੂਹੇ, ਰਸੋਈ ਗੁਸਲਖਾਨੇ ਵਿੱਚ ਚੂਹੇ, ਸੋਫੇ ਕੁਰਸੀਆਂ ਉੱਤੇ ਚੂਹੇ, ਹਿੱਕ ਦੇ ਅੰਦਰ ਚੂਹੇ ਦੇ ਨੱਕ ਤੇ ਕੰਨਾਂ ਵਿੱਚ ਚੂਹੇ। ਕਦੀ ਉਸਨੂੰ ਇੰਝ ਵੀ ਮਹਿਸੂਸ ਹੁੰਦਾ ਸੀ ਜਿਵੇਂ ਉਹ ਆਪ ਇੱਕ ਚੂਹੀ ਹੈ। ਉਸਦਾ ਨੱਕ ਵਗ ਰਿਹਾ ਹੈ ਅਤੇ ਉਹ ਸ਼ਾਹਦੌਲੇ ਦੇ ਮਜ਼ਾਰ ਦੀ ਭੀੜ ਵਿਚਕਾਰ ਆਪਣਾ ਛੋਟਾ ਜਿਹਾ ਸਿਰ ਆਪਣੇ ਕਮਜ਼ੋਰ ਮੋਢਿਆਂ ਉੱਪਰ ਚੁੱਕੀ ਅਜਿਹੀ ਹਰਕਤਾਂ ਕਰ ਰਹੀ ਹੈ ਕਿ ਦੇਖਣ ਵਾਲਿਆਂ ਵਿੱਚ ਹਾਸੜ ਮਚੀ ਹੋਈ ਹੈ। ਉਸਦੀ ਹਾਲਤ ਬੜੀ ਤਰਸਯੋਗ ਹੋ ਗਈ ਸੀ। ਪੂਰੀ ਸ੍ਰਿਸ਼ਟੀ ਵਿੱਚ ਉਸਨੂੰ ਸਿਰਫ ਕਾਲੇ ਧੱਬੇ ਹੀ ਨਜ਼ਰ ਆਉਂਦੇ ਸਨ। ਬੁਖਾਰ ਜ਼ਰਾ ਘਟਿਆ ਤਾਂ ਤਬੀਅਤ ਵੀ ਕੁਝ ਸੰਭਲੀ। ਨਜ਼ੀਬ ਨੂੰ ਰਤਾ ਹੌਸਲਾ ਹੋਇਆ। ਉਸਨੂੰ ਸਲੀਮਾ ਦੀ ਬਿਮਾਰੀ ਦਾ ਕਾਰਨ ਤਾਂ ਪਤਾ ਹੀ ਸੀ, ਪਰ ਉਹ ਬੜੇ ਗੰਭੀਰ ਸੁਭਾਅ ਦਾ ਆਦਮੀ ਸੀ। ਉਸਨੂੰ ਆਪਣੀ ਪਹਿਲੀ ਸੰਤਾਨ ਦੇ ਚਲੇ ਜਾਣ ਦਾ ਦੁੱਖ ਨਹੀਂ ਸੀ। ਜੋ ਵੀ ਕੀਤਾ ਗਿਆ ਸੀ ਉਹ ਬਿਲਕੁਲ ਠੀਕ ਮੰਨਦਾ ਸੀ। ਉਹ ਤਾਂ ਇਹ ਵੀ ਸੋਚਦਾ ਸੀ ਕਿ ਉਹਨਾਂ ਦੇ ਘਰ ਜਿਹੜਾ ਪੁੱਤਰ ਹੋਇਆ ਸੀ ਸਿਰਫ ਸ਼ਾਹਦੌਲੇ ਦੀ ਇਮਾਨਤ ਸੀ। ਜਦੋਂ ਸਲੀਮਾ ਦਾ ਬੁਖਾਰ ਉਤਰ ਗਿਆ ਅਤੇ ਉਸਦਾ ਦਿਲ ਦਿਮਾਗ ਵਿੱਚ ਮਚਲਦਾ ਤੂਫਾਨ ਰੱਤਾ ਮੱਠਾ ਪੈ ਗਿਆ ਤਾਂ ਨਜੀਬ ਨੇ ਉਸਨੂੰ ਆਖਿਆ, ਮੇਰੀ ਜਾਨ, ਉਹ ਬੱਚੇ ਨੂੰ ਭੁੱਲ ਜਾਓ, ਉਹ ਤਾਂ ਹੈ ਹੀ ਸਦਕੇ ਦਾ ਸੀ। ਮੈਂ ਨਹੀਂ ਮੰਨਦੀ, ਸਲੀਮਾ ਨੇ ਦੁੱਖ ਪੁਰਚਦੀ ਆਵਾਜ਼ ਵਿੱਚ ਕਿਹਾ। ਸਾਰੀ ਉਮਰ ਮੈਂ ਆਪਣੀ ਮਮਤਾ ਨੂੰ ਲਾਹਨਤੀ ਪਾਉਂਦੀ ਰਵਾਂਗੀ ਕਿ ਐਡਾ ਵੱਡਾ ਗੁਨਾਹ ਕਿੰਝ ਕਰ ਬੈਠੀ। ਆਪਣੀਆਂ ਅੱਖਾਂ ਦਾ ਤਾਰਾ ਪੁੱਤਰ ਮੈਂ ਕਿਸ ਤਰ੍ਹਾਂ ਉਸ ਪੀਰ ਦੀ ਮਜ਼ਾਰ 'ਤੇ ਛੱਡ ਆਈ। ਸਿੱਧੀ ਗੁਜਰਾਤ ਜਾ ਪਹੁੰਚੀ ਤੇ ਦਿਨ ਉੱਥੇ ਹੀ ਰਹਿ ਗਈ।
ਆਪਣੇ ਬੱਚੇ ਬਾਰੇ ਕੋਈ ਲੋਕਾਂ ਤੋਂ ਪੁੱਛ-ਗਿੱਛ ਕੀਤੀ ਪਰ ਉਸਦਾ ਕੋਈ ਪਤਾ ਥਹੁ ਨਾ ਲੱਗਿਆ। ਨਿਰਾਸ਼ ਹੋ ਕੇ ਵਾਪਸ ਮੁੜ ਆਈ ਅਤੇ ਆਪਣੇ ਪਤੀ ਨੂੰ ਕਹਿਣ ਲੱਗੀ, ਹੁਣ ਮੈਂ ਉਸਨੂੰ ਕਦੇ ਯਾਦ ਨਹੀਂ ਕਰਾਂਗੀ। ਯਾਦ ਤਾਂ ਉਹ ਕਰਦੀ ਰਹੀ, ਪਰ ਅੰਦਰੇ ਅੰਦਰ ਉਹਦੇ ਬੱਚੇ ਦੀ ਸੱਜੀ ਗੱਲ ਦਾ ਦਾਗ ਉਹਦੇ ਦਿਲ ਦਾ ਦਾਗ ਬਣ ਕੇ ਰਹਿ ਗਿਆ ਸੀ। 1 ਸਾਲ ਬਾਅਦ ਉਹਨਾਂ ਦੇ ਘਰ ਇੱਕ ਕੁੜੀ ਹੋਈ ਜਿਸਦੀ ਸ਼ਕਲ ਸੂਰਤ ਆਪਣੇ ਜੇਠੇ ਪੁੱਤਰ ਨਾਲ ਮਿਲਦੀ ਸੀ, ਪਰ ਉਸਦੀ ਗੱਲ ਉੱਤੇ ਨਿਸ਼ਾਨ ਨਹੀਂ ਸੀ। ਉਸਦਾ ਨਾਂ ਉਸਨੇ ਮੁਜੀਬਾ ਰੱਖ ਦਿੱਤਾ, ਕਿਉਂਕਿ ਆਪਣੇ ਪੁੱਤਰ ਦਾ ਨਾਂ ਉਸਨੇ ਮੁਜੀਬ ਸੋਚਿਆ ਸੀ। ਜਦੋਂ ਉਹ 2 ਮਹੀਨਿਆਂ ਦੀ ਹੋ ਗਈ ਤਾਂ ਉਸਨੇ ਉਸਨੂੰ ਗੋਦੀ ਵਿੱਚ ਚੁੱਕ ਕੇ ਸੂਰ ਮੈਦਾਨੀ ਵਿੱਚ ਥੋੜ੍ਹਾ ਜਿਹਾ ਸੂਰਮਾ ਕੱਢ ਕੇ ਉਸਦੀ ਸੱਜੀ ਗੱਲ ਉੱਤੇ ਇੱਕ ਵੱਡਾ ਸਾਰਾ ਟਿੱਕਾ ਲਾ ਦਿੱਤਾ ਅਤੇ ਫਿਰ ਮੁਜੀਬ ਨੂੰ ਯਾਦ ਕਰਕੇ ਰੋਣ ਲੱਗ ਪਈ। ਇਸ ਤੋਂ ਪਹਿਲਾਂ ਕਿ ਹੰਝੂ ਗੱਲਾਂ ਤੋਂ ਤਿਲਕ ਕੇ ਹੇਠਾਂ ਡਿੱਗ ਪੈਣ, ਉਸਨੇ ਉਸਨੂੰ ਆਪਣੇ ਦੁਪੱਟੇ ਦੇ ਲੜ ਵਿੱਚ ਸਮੇਟ ਲਿਆ ਅਤੇ ਫਿਰ ਕੁਝ ਹੱਸਣ ਲੱਗ ਪਈ, ਜਿਵੇਂ ਆਪਣੇ ਦੁੱਖ ਨੂੰ ਭੁੱਲ ਜਾਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਇਸ ਤੋਂ ਬਾਅਦ ਉਸਨੇ 2 ਮੁੰਡੇ ਹੋਰ ਜੰਮੇ ਅਤੇ ਉਸਦਾ ਪਤੀ ਬੜਾ ਹੀ ਖੁਸ਼ ਸੀ। ਫਿਰ ਇੱਕ ਵਾਰੀ ਸਲੀਮਾ ਨੂੰ ਆਪਣੀ ਕਿਸੇ ਸਹੇਲੀ ਦੇ ਵਿਆਹ ਵਿੱਚ ਗੁਜਰਾਤ ਜਾਣਾ ਪਿਆ। ਐਤਕੀ ਫਿਰ ਉਸਨੇ ਆਪਣੇ ਮੁਜੀਬ ਬਾਰੇ ਖਾਸੀ ਪੁੱਛ ਪੜਤਾਲ ਕੀਤੀ ਅਤੇ ਜਦੋਂ ਉਸਦੀ ਕੋਈ ਉੱਗ ਸੁੰਘ ਨਾ ਮਿਲੀ ਤਾਂ ਉਸਨੇ ਸੋਚਿਆ ਕਿ ਉਹ ਮਰ ਮੁੱਕ ਗਿਆ ਹੋਇਆ ਅਤੇ ਫਿਰ ਜੁਮੇ ਵਾਲੇ ਦਿਨ ਉਸਨੇ ਉਸਦੇ ਨਿਯਮਤ ਅੰਤਿਮ ਸੰਸਕਾਰ ਪੂਰੇ ਕਰਵਾ ਦਿੱਤੇ। ਆਂਢੀ ਗੁਆਂਢੀ ਹੈਰਾਨ ਸਨ ਕਿ ਸਾਰਾ ਝੰਜਟ ਕਿਸ ਖਾਤਰ ਕੀਤਾ ਜਾ ਰਿਹਾ ਹੈ। ਕਿਸੇ ਨੇ ਪੁੱਛ ਵੀ ਲਿਆ ਸੀ, ਪਰ ਸਲੀਮਾ ਨੇ ਕਿਸੇ ਨੂੰ ਅਸਲ ਗੱਲ ਨਹੀਂ ਦੱਸੀ ਸੀ। ਸ਼ਾਮ ਨੂੰ ਆਪਣੀ 10 ਸਾਲਾ ਕੁੜੀ ਮੁਜੀਬਾ ਨੂੰ ਬਾਹੋਂ ਫੜ ਕੇ ਕਮਰੇ ਅੰਦਰ ਲੈ ਗਈ। ਸੂਰਮੇ ਨਾਲ ਉਸਦੀ ਸੱਜੀ ਗੱਲ ਉੱਤੇ ਇੱਕ ਵੱਡਾ ਸਾਰਾ ਟਿੱਕਾ ਲਾਇਆ ਅਤੇ ਉਸਨੂੰ ਚੁੰਮਦੀ ਰਹੀ। ਉਹ ਮੁਜੀਬਾ ਨੂੰ ਹੀ ਆਪਣਾ ਗਵਾਚਿਆ ਹੋਇਆ ਪੁੱਤਰ ਸਮਝਣ ਲੱਗ ਪਈ ਸੀ ਅਤੇ ਉਸ ਬਾਰੇ ਉਸਨੇ ਹੁਣ ਸੋਚਣਾ ਵੀ ਛੱਡ ਦਿੱਤਾ ਸੀ। ਉਸਦੀਆਂ ਅੰਤਮ ਰਸਮਾਂ ਕਰ ਆਉਣ ਤੋਂ ਬਾਅਦ ਉਸਦੇ ਮਨ ਦਾ ਭਾਰ ਖਾਸਾ ਹੌਲਾ ਹੋ ਗਿਆ ਸੀ। ਉਸਨੇ ਆਪਣੇ ਦਿਲ ਦੀ ਦੁਨੀਆ ਵਿੱਚ ਉਸਦੀ ਕਬਰ ਬਣਾ ਲਈ ਸੀ, ਜਿਸ ਉੱਤੇ ਉਹ ਆਪਣੀ ਕਲਪਨਾ ਦੀ ਦੁਨੀਆ ਵਿੱਚ ਵਿਚਰਦੀ ਹੋਈ ਸ਼ਰਧਾ ਦੇ ਫੁੱਲ ਚੜ੍ਹਾ ਦਿੰਦੀ ਹੁੰਦੀ ਸੀ। ਉਸਦੇ 3-4 ਬੱਚੇ ਸਕੂਲ ਜਾਣ ਲੱਗ ਪਏ। ਉਹ ਸਵੇਰੇ ਉੱਠਦੀ ਸਾਰ ਨਾਸ਼ਤਾ ਤਿਆਰ ਕਰਦੀ, ਉਹਨਾਂ ਨੂੰ ਨੁਹਾਉਂਦੀ ਅਤੇ ਤਿਆਰ ਕਰਕੇ ਸਕੂਲ ਭੇਜ ਦਿੰਦੀ। ਜਦੋਂ ਉਹ ਚਲੇ ਜਾਂਦੇ ਤਾਂ ਉਹ ਬਿੰਦ ਦਾ ਬਿੰਦ ਆਪਣੇ ਮੁਜੀਬ ਨੂੰ ਵੀ ਯਾਦ ਕਰ ਲੈਂਦੀ। ਹਾਲਾਂਕਿ ਉਹ ਆਪਣੇ ਹੱਥੀਂ ਉਸਦੀਆਂ ਅੰਤਿਮ ਰਸਮਾਂ ਕਰਵਾ ਆਈ ਸੀ ਅਤੇ ਉਸਦੇ ਦਿਲ ਦਾ ਬੋਝ ਵੀ ਹਲਕਾ ਹੋ ਗਿਆ ਸੀ, ਪਰ ਕਦੀ ਉਸਨੂੰ ਇੰਝ ਮਹਿਸੂਸ ਹੋਣ ਲੱਗ ਪੈਂਦਾ ਸੀ ਜਿਵੇਂ ਮੁਜੀਬ ਦੀ ਸੱਜੀ ਗੱਲ ਦਾ ਦਾਗ ਉਸਦੇ ਦਿਲ ਦਿਮਾਗ ਉੱਤੇ ਦਗ ਰਿਹਾ ਹੈ। ਇੱਕ ਦਿਨ ਉਸਦੇ 3 ਬੱਚੇ ਨੱਠੇ ਆਏ ਅਤੇ ਕਹਿਣ ਲੱਗੇ, ਅੰਮੀ ਅਸੀਂ ਤਮਾਸ਼ਾ ਵੇਖਣਾ ਹੈ। ਉਸਨੇ ਬੜੇ ਪਿਆਰ ਨਾਲ ਕਿਹਾ ਤਮਾਸ਼ਾ ਬੱਚਿਓ। ਉਸਦੀ ਕੁੜੀ ਨੇ ਕਿਹਾ, ਅੰਮੀ ਜਾਨ ਇੱਕ ਭਾਈ ਹੈ, ਬੜਾ ਹੀ ਵਧੀਆ ਤਮਾਸ਼ਾ ਦਿਖਾਉਂਦਾ ਹੈ। ਸਲੀਮਾ ਨੇ ਕਿਹਾ, ਜਾਓ ਬੁਲਾ ਲਿਆਓ, ਅੰਦਰ ਨਾ ਵਾੜਿਓ, ਬਾਹਰ ਮੋਰੇ ਹੀ ਤਮਾਸ਼ਾ ਕਰਵਾ ਲਿਓ। ਬੱਚੇ ਨੱਠ ਗਏ। ਉਹ ਆਦਮੀ ਨੂੰ ਸੱਦ ਲਿਆਏ ਅਤੇ ਤਮਾਸ਼ਾ ਵੇਖਦੇ ਰਹੇ। ਜਦੋਂ ਤਮਾਸ਼ਾ ਖਤਮ ਹੋ ਗਿਆ ਤਾਂ ਮੁਜੀਬਾ ਆਪਣੀ ਮਾਂ ਕੋਲ ਪੈਸਾ ਲੈਣ ਆਈ ਤਾਂ ਮਾਂ ਨੇ ਆਪਣੀ ਪਰਸ ਵਿੱਚੋਂ ਚਵੰਨੀ ਕੱਢ ਕੇ ਬਾਹਰ ਵਰਾਂਡੇ ਵਿੱਚ ਆਈ। ਦਰਵਾਜ਼ੇ ਕੋਲ ਪਹੁੰਚੀ ਤਾਂ ਸਾਹਮਣੇ ਸ਼ਾਹਦੌਲੇ ਦਾ ਇੱਕ ਚੂਹਾ ਖੜ੍ਹਾ ਅਜੀਬ ਢੰਗ ਨਾਲ ਸਿਰ ਹਿਲਾਉਂਦਾ ਨਜ਼ਰ ਆਇਆ। ਸਲੀਮਾ ਦਾ ਹਾਸਾ ਨਿਕਲ ਗਿਆ। 10-12 ਬੱਚੇ ਉਸਨੂੰ ਘੇਰੀ ਖੜ੍ਹੇ ਸਨ। ਇੰਨੀ ਚੀਕਾਂ, ਇੰਨੀ ਰੌਲੀ ਪਾਈ ਹੋਈ ਸੀ, ਕੰਨ ਪਈ ਆਵਾਜ਼ ਸੁਣਦੀ ਨਹੀਂ ਸੀ। ਸਲੀਮਾ ਨੇ ਅੱਗੇ ਚੂਹਾ ਅੰਮੀ ਜਾਨ ਵੱਧ ਕੇ ਜਦੋਂ ਚਵੰਨੀ ਉਸ ਸ਼ਾਹਦੌਲੇ ਚੂਹੇ ਫੜਾਉਣੀ ਚਾਹੀ ਤਾਂ ਉਹਦਾ ਹੱਥ ਆਪ ਮੁਹਾਰੀ ਪਿੱਛੇ ਵੱਲ ਖਿੱਚਿਆ ਗਿਆ, ਜਿਵੇਂ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਉਹ ਚੂਹੇ ਦੀ ਸੱਜੀ ਗੱਲ ਉੱਤੇ ਕਾਲਾ ਦਾਗ ਸੀ। ਸਲੀਮਾ ਨੇ ਗੌਰ ਨਾਲ ਤੱਕਿਆ, ਉਸਦਾ ਨੱਕ ਵਗ ਰਿਹਾ ਸੀ। ਉਦੋਂ ਹੀ ਕੋਲ ਖੜ੍ਹੀ ਮੁਜੀਬਾ ਨੇ ਆਪਣੀ ਮਾਂ ਨੂੰ ਪੁੱਛਿਆ, ਇਸਦੀ ਸ਼ਕਲ ਮੇਰੇ ਨਾਲ ਕਿਉਂ ਮਿਲਦੀ ਏ? ਕਿ ਮੈਂ ਵੀ ਚੂਹੀ ਹਾਂ? ਸਲੀਮਾ ਨੇ ਉਸ ਸ਼ਾਹਦੌਲੇ ਦੇ ਚੂਹੇ ਦੀ ਬਾਂਹ ਫੜ ਲਈ ਅਤੇ ਉਸਨੂੰ ਕਮਰੇ ਅੰਦਰ ਲੈ ਗਈ। ਬੂਹੇ ਭੇੜ ਕੇ ਉਸਨੂੰ ਚੁੰਮਿਆ, ਬਲਾਵਾਂ ਲਈਆਂ, ਕਿਉਂਕਿ ਉਹ ਉਸਦਾ ਮੁਜੀਬ ਸੀ, ਪਰ ਉਸਨੂੰ ਅਜਿਹੀਆਂ ਅਜੀਬ ਹਰਕਤਾਂ ਕਰ ਰਿਹਾ ਸੀ ਕਿ ਦੁਖੀ ਮਾਂ ਨੇ ਬੜੀ ਮੁਸ਼ਕਿਲ ਨਾਲ ਆਪਣਾ ਹਾਸਾ ਰੋਕਿਆ ਹੋਇਆ ਸੀ। ਉਸ ਕਿਹਾ, ਪੁੱਤਰ ਮੈਂ ਤੇਰੀ ਮਾਂ ਹਾਂ। ਸ਼ਾਹਦੌਲਾ ਚੂਹਾ ਉੱਚੀ ਹੱਸਿਆ। ਆਪਣੀ ਵਗਦੀ ਨੋਕ ਨੂੰ ਕਮੀਜ਼ ਦੇ ਕਫ਼ ਨਾਲ ਪੂੰਝਦੇ ਹੋਇਆਂ ਉਸਨੇ ਆਪਣੀ ਮਾਂ ਮੂਹਰੇ ਹੱਥ ਅੱਡਿਆ। 1 ਪੈਸਾ। ਮਾਂ ਨੇ ਆਪਣੇ ਪਰਸ ਖੋਲ੍ਹਿਆ, ਪਰ ਉਹਦੀਆਂ ਅੱਖਾਂ ਆਪਣੇ ਹੰਝੂ ਦੀ ਨਦੀ ਦਾ ਬਣ ਪਹਿਲਾਂ ਹੀ ਖੋਲ੍ਹ ਚੁੱਕੀਆਂ ਸਨ। ਉਸਨੇ 100 ਰੁਪਏ ਦਾ ਨੋਟ ਕੱਢਿਆ ਅਤੇ ਬਾਹਰ ਜਾ ਕੇ ਉਸ ਆਦਮੀ ਨੂੰ ਦੇਣਾ ਚਾਹਿਆ ਜਿਹੜਾ ਮੁਜੀਬ ਦਾ ਤਮਾਸ਼ਾ ਦਿਖਾਉਣ ਫਿਰਦਾ ਸੀ, ਪਰ ਉਸਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਇੰਨੀ ਘੱਟ ਕੀਮਤ ਵਿੱਚ ਆਪਣੀ ਰੋਜੀ ਰੋਟੀ ਦੇ ਸਾਧਨ ਨੂੰ ਨਹੀਂ ਵੇਚੇਗਾ।
ਆਖਿਰ ਸਲੀਮਾ ਨੇ ਉਸਨੂੰ 500 ਰੁਪਏ ਵਿੱਚ ਰਾਜ਼ੀ ਕਰ ਲਿਆ। ਰਕਮ ਤਾਰ ਕੇ ਜਦੋਂ ਵਾਪਿਸ ਆਈ ਤਾਂ ਮੁਜੀਬ ਗਾਇਬ ਸੀ। ਮੁਜੀਬਾ ਨੇ ਦੱਸਿਆ